कीर्तन के समय की समाप्ति हुई। सत्कारयोग ज्ञानी जी होरां पासों आप लड़ीवार गुरबाणी विचार गुरबाणी कथा दे सरवण करो जी। होइयां भुलां बख्श देनियां। वाहिगुरु जी का खालसा वाहिगुरु जी की फतेह। वाहिगुरु जी। धनासरी महला पंजवा। जिह करणी होवह शर्मिंदा यह कमानी रीत। संत की निंदा साखत की पूजा ऐसी दृढ़ी विपरीत। माया मोह भूलो अवरहित हर चंदौरी बन हर पातरे यह तुहारू बीत रहा। चंदन लेप होत देखो सुख गर्दब भस्म संगीत। अमृत संग नाहे रुच आवत बिखैठ गौरी प्रीत। उत्तम संत भले संजोगी इस जुग में पवित पुनीत। जाति का अर्थ जन्म पदार्थ काच बादर जीत। जन्म जन्म के किल विख दुख भागे गुरु ज्ञान अंजन नेत्र दीत। साध संग इन दुख ते निकस्यो नानक एक परीत। साध संग इन दुख ते निकस्यो नानक एक परीत। वाहिगुरु जी का खालसा वाहिगुरु जी की फतेह। धन धन ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਰਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ ਤੇ ਚੱਲ ਰਹੀ ਲੜੀਵਾਰ ਕਥਾ ਅੰਮ੍ਰਿਤਮਈ ਬਾਣੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਪਾਵਨ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 673 ਤੇ ਸੁਸ਼ੋਭਿਤ ਹੈ। ਧਨਾਸਰੀ ਰਾਗ ਦੇ ਵਿੱਚ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰ ਰਹੇ ਨੇ। ਆਓ ਆਪਾਂ ਸਮਝੀਏ ਜੀ। ਜਿਹ ਕਰਣੀ ਹੋਵਹਿ ਸ਼ਰਮਿੰਦਾ ਇਹਾ ਕਮਾਨੀ ਰੀਤ। ਇਹਦੀ ਇਹ ਰੀਤੀ ਬਣ ਗਈ ਹੈ ਜਾਂ ਕਹਿ ਲਓ ਵੀ ਰੀਤੀ ਹੀ ਉਹਦੇ ਵਿੱਚ ਪ੍ਰੀਤ। ਉਹ ਕੰਮ ਜਿਨ੍ਹਾਂ ਨੂੰ ਕਰਨ ਦੇ ਨਾਲ ਸ਼ਰਮਿੰਦਗੀ ਉਠਾਉਣੀ ਪੈਂਦੀ ਹੈ। ਪਤਾ ਵੀ ਲੱਗ ਚੁੱਕਾ ਵੀ ਇਹ ਜਿਹੜੇ ਮੈਂ ਕੰਮ ਕਰਦਾ ਹਾਂ ਇਹਦੇ ਨਾਲ ਮੈਨੂੰ ਸ਼ਰਮਿੰਦਗੀ ਉਠਾਉਣੀ ਪਵੇਗੀ। ਜਿਹੜੇ ਕਰਮਾਂ ਦੀ ਸ਼ਰਮਿੰਦਗੀ ਪਰਲੋਕ ਦੇ ਵਿੱਚ ਵੇ ਅਤੇ ਲੋਕ ਦੇ ਵਿੱਚ ਵੀ ਸ਼ਰਮਿੰਦਗੀ ਹੈ। ਜਿੰਨਾ ਚਿਕਰ ਤਾਂ ਇਹ ਲੁਕੋ ਕੇ ਕਰਮ ਕਰਦਾ ਲੋਕਾਂ ਨੂੰ ਨਹੀਂ ਪਤਾ ਲੱਗਣ ਦਿੰਦਾ ਉਨਾ ਚਿਕਰ ਤਾਂ ਇੱਜ਼ਤ ਹੈ। ਅਤੇ ਜਦੋਂ ਪ੍ਰਗਟ ਹੁੰਦੀ ਇਸ ਦੀ ਖੇਡ ਸਾਰੀ ਪਤਾ ਲੱਗਦਾ ਫਿਰ ਸ਼ਰਮਿੰਦਗੀ ਉਠਾਉਣੀ ਪੈਂਦੀ ਹੈ। ਅਗਰ ਇਹ ਕਰਮ ਹੀ ਐਸੇ ਕਰੇ ਜਿਹਦੇ ਨਾਲ ਇੱਥੇ ਸ਼ਰਮਿੰਦਗੀ ਨਾ ਹੋਵੇ ਅਤੇ ਪਰਲੋਕ ਦੇ ਵਿੱਚ ਵੀ ਸ਼ਰਮਿੰਦਗੀ ਨਹੀਂ ਹੁੰਦੀ ਹੈ। ਪਰ ਇਹਦੀ ਰੀਤ ਬਣ ਗਈ ਹੈ। ਇਹਨੇ ਇਸ ਨੂੰ ਰੀਤ ਬਣਾ ਲਿਆ। ਇਹ ਕਹਿੰਦਾ ਮੇਰਾ ਤਾਂ ਸਰਦਾ ਹੀ ਨਹੀਂ ਮੇਰਾ ਸਰਦਾ ਹੀ ਨਹੀਂ ਵੀ ਲੋਕਾਂ ਦੇ ਨਾਲ ਜਿਹੜਾ ਮੇਲ ਜੋਲ ਬਸ ਗੱਲਾਂ ਬਾਤਾਂ ਰਾਹੀਂ ਹੈ। ਅੰਦਰੋਂ ਨਹੀਂ ਕੋਈ ਰੱਖਦਾ ਪਿਆ ਅੰਦਰੋਂ ਕੋਈ ਨਹੀਂ ਰੱਖਦਾ ਪਿਆ। ਬਹੁਤ ਘੱਟ ਨੇ ਜਿਹਨਾਂ ਦਾ ਪਿਆਰ ਅੰਦਰ ਲਾਇਆ ਬਾਹਰਲਾ ਪਿਆਰ ਦਿਸਦਾ ਪਿਆ ਸਾਰਿਆਂ ਦਾ।
ਜਦੋਂ ਫਿਰ ਇਹ ਪਿਆਰ ਟੁੱਟਦਾ ਸ਼ਰਮਿੰਦਗੀ ਹੁੰਦੀ ਹੈ, ਮਨ ਹੋਰ ਮੁੱਖ ਹੋਰ ਸ਼ਰਮਿੰਦਗੀ ਹੁੰਦੀ ਆ। ਫਿਰ ਜੋ ਦੂਸਰਿਆਂ ਨੂੰ ਕਹਿੰਦਾ ਆਪ ਨਹੀਂ ਕਮਾਉਂਦਾ, ਸ਼ਰਮਿੰਦਗੀ ਹੈ। ਦੂਸਰਿਆਂ ਨੂੰ ਤਾਂ ਕਹਿ ਰਿਹਾ ਆਪ ਨਹੀਂ ਕਮਾਉਂਦਾ, ਸ਼ਰਮਿੰਦਗੀ ਹੈ। ਸੋ ਇਹ 99% ਲੋਕ ਐਸੇ ਨੇ। ਇਹ ਨਹੀਂ ਵੀ ਇਕੱਲੀ ਗਿਆਨ ਦੀ ਹੀ ਗੱਲ ਆ, ਜਿਹੜਾ ਅਧਿਆਤਮਿਕ ਉਪਦੇਸ਼ ਆ ਉਹਦੀਆਂ ਹੀ ਗੱਲਾਂ ਆ। ਨਹੀਂ ਭਾਈ, ਸੰਸਾਰ ਦੇ ਵਿੱਚ ਵੀ, ਸੰਸਾਰਕ ਗੱਲਾਂ ਬਾਤਾਂ ਵਿੱਚ ਵੀ ਜਿਹੜੀਆਂ ਗੱਲਾਂ ਤੇ ਮਨ੍ਹਾ ਕਰਦਾ ਉਹ ਆਪ ਕਰਦਾ, ਦੂਜਿਆਂ ਨੂੰ ਕਹਿੰਦਾ ਆਪ ਨਹੀਂ ਕਮਾਉਂਦਾ। ਸੋ ਇਹਦੀ ਗੱਲਬਾਤ ਹੋ ਚੁੱਕੀ ਹੈ। ਸੋ ਇਸ ਕਰਕੇ ਜਦੋਂ ਪਤਾ ਲੱਗਦਾ ਵੀ ਆਪ ਤਾਂ ਇੱਥੇ ਚੱਲਦਾ ਹੀ ਨਹੀਂ, ਮੈਨੂੰ ਕਹਿ ਰਿਹਾ, ਸ਼ਰਮਿੰਦਗੀ ਵਾਲੀ ਗੱਲ ਹੈ, ਸ਼ਰਮਿੰਦਾ ਹੁੰਦਾ। ਸੋ ਵਿਕਾਰ ਜਿਹੜੇ ਨੇ, ਵਿਕਾਰਾਂ ਦੇ ਪਿੱਛੇ ਲੱਗ ਕੇ, ਹੁਣ ਮਹਾਰਾਜ ਕਹਿੰਦੇ ਜੋ ਜੋ ਕਰਮ ਕੀਓ ਲਾਲਚ ਲੱਗਦੇ, ਤੇ ਆਪ ਬੰਦਾ ਰਿਸ਼ਤਾ ਹੁੰਦਾ ਭਰਾਵਾਂ ਭਰਾਵਾਂ ਦਾ, ਭੈਣ ਭਰਾ ਦਾ, ਪਿਓ ਪੁੱਤਰ ਦਾ। ਹੁਣ ਵਿੱਚ ਆ ਗਿਆ ਲਾਲਚ। ਲਾਲਚ ਵਸ ਹੋ ਕੇ, ਭਰਾ ਭਰਾ ਨਾਲ ਮਿੱਠਾ ਹੋ ਕੇ, ਤੇ ਉਹਦੇ ਨਾਲ ਬੜਾ ਕੁਝ ਗਲਤ ਕਰ ਜਾਂਦਾ ਹੈ। ਜਦੋਂ ਪਤਾ ਲੱਗਦਾ ਫਿਰ ਸ਼ਰਮਿੰਦਾ ਹੁੰਦਾ। ਤੇ ਆਪ ਬੰਧਾਇਓ। ਭਾਈ ਹੁਣ ਭਰਾ ਦੀਆਂ ਅੱਖਾਂ 'ਚ ਤਾਂ ਘੱਟਾ ਪਾ ਲਿਆ, ਤੇ ਧਰਮ ਰਾਜੇ ਦੀਆਂ ਅੱਖਾਂ 'ਚ ਥੋੜ੍ਹੀ ਘੱਟਾ ਪਾ ਸਕਦਾ, ਵੱਜ ਗਿਆ। ਆਪਣੇ ਲੱਭ ਲੋਭ ਦੇ ਵਿੱਚ ਬੰਦੇ ਬਹੁਤ ਵੱਜੇ ਹੋਏ ਨੇ। ਲੱਭ ਲੋਭ ਦੇ ਨਾਲ ਜਿਹੜੇ ਕਰਮ ਕਰਦੇ ਪਏ ਨੇ ਨਾ, ਬੜੇ ਵੱਜੇ ਹੋਏ ਨੇ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ। ਚਲੋ ਧਰਮ ਦੀ ਗੱਲ ਵੇਖ ਲਓ। ਧਰਮ ਜਿਹੜਾ, ਧਰਮ ਤਾਂ ਧਰਮ ਹੀ ਹੈ। ਧਰਮ ਦੇ ਵਿੱਚ ਸੱਚ ਹੈ ਤਾਂ ਧਰਮ ਹੈ, ਜੇ ਸੱਚ ਨਹੀਂ ਤਾਂ ਧਰਮ ਨਹੀਂ ਹੈ। ਦਇਆ ਹੈ ਤਾਂ ਧਰਮ ਹੈ, ਜੇ ਦਇਆ ਨਹੀਂ ਤਾਂ ਧਰਮ ਨਹੀਂ ਹੈ। ਤਾਂ ਔਰੰਗਜ਼ੇਬ ਵੀ ਆਪਣੇ ਆਪ ਨੂੰ ਵੱਡਾ ਧਾਰਮਿਕ ਖਵਾਉਂਦਾ ਸੀਗਾ, ਪਰ ਫੈਸਲੇ ਸਾਰੇ ਉਹਦੇ ਅਧਰਮ ਵਾਲੇ ਹੁੰਦੇ ਸੀਗੇ। ਧਰਮ ਵਾਲੇ ਜੀ ਮੁਸਲਮਾਨੀ ਧਰਮ ਹੈ, ਬਾਕੀ ਕੋਈ ਹਿੰਦੂ ਹੈ, ਕੋਈ ਜੈਨੀ ਹੈ, ਬੋਧੀ ਹੈ, ਕੋਈ ਸਿੱਖ ਹੈ, ਕੱਖ ਨਹੀਂ ਸੀ ਸਮਝਦਾ ਹੁੰਦਾ। ਕਹਿੰਦਾ ਮੇਰਾ ਧਰਮ ਉਹ ਧਰਮ ਹੈ। ਵੀ ਜਦੋਂ ਜ਼ਫ਼ਰਨਾਮਾ ਗਿਆ ਉਹਦੇ ਕੋਲ ਵੀ ਸ਼ਰਮਿੰਦਾ ਹੀ ਹੋਣਾ ਪਿਆ ਸੀਗਾ ਵੀ ਮੇਰੇ ਕੋਲੋਂ ਕੀ ਹੋ ਗਿਆ, ਐਡਾ ਵੱਡਾ ਅਪਰਾਧ ਹੋ ਗਿਆ। ਸੋ ਬਾਣੀ ਪੜ੍ਹਦੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਨਾਲ ਸਾਡਾ ਲੋਕ ਪਰਲੋਕ ਸਵਾਰ ਰਹੇ ਨੇ ਸੱਚੇ ਪਾਤਸ਼ਾਹ। ਹੁਣ ਬਾਣੀ ਵਿੱਚ ਜੋ ਲਿਖਿਆ, ਜੇ ਮੈਂ ਨਹੀਂ ਉਹਦੀ ਕਮਾਈ ਕਰ ਸਕਦਾ, ਘੱਟੋ ਘੱਟ ਆਪਣੇ ਆਪ ਨੂੰ ਕਹਿ ਤਾਂ ਸਕਦਾ ਨਾ। ਮੈਂ ਆਪਣੇ ਆਪ ਨੂੰ ਕਹਿ ਤਾਂ ਸਕਦਾ ਵੀ ਇੱਥੇ ਤੂੰ ਨਹੀਂ ਸਹੀ ਚੱਲਦਾ। ਜੇ ਮੈਂ ਕਹਿੰਦਾ ਵੀ ਹੈ ਨਹੀਂ ਤਾਂ ਫਿਰ ਸ਼ਰਮ ਵਾਲੀ ਗੱਲ ਹੈ। ਹਾਂਜੀ, ਗੁਰੂ ਜੋ ਕਹਿ ਰਿਹਾ ਉਹਨੂੰ ਤੂੰ ਰੋਜ਼ ਪੜ੍ਹਦਾ ਵੀ ਹੈ, ਸੁਣਦਾ ਵੀ ਹੈ, ਤੇਰੇ 'ਤੇ ਕੋਈ ਅਸਰ ਨਹੀਂ, ਉਹ ਸ਼ਰਮਿੰਦਗੀ ਵਾਲੀ ਬਾਤ ਹੁੰਦੀ ਹੈ। ਬਾਣੀ ਤਾਂ ਇੱਕ ਖੋਜ ਦਾ ਵਿਸ਼ਾ ਹੈ। ਬਾਣੀ ਖੋਜ, ਤਦੇ ਕਹਤਾ ਕਬੀਰ ਨੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਜੇ ਦਿਲ ਨੂੰ ਹੀ ਖੋਜ ਕੇ ਪਰੇਸ਼ਾਨੀ ਦੂਰ ਹੋ ਜਾਂਦੀ ਹੈ, ਤੇ ਬਾਣੀ ਨੂੰ ਖੋਜ ਕੇ ਕੀ ਕੁਝ ਹੋ ਸਕਦਾ। ਜਿਹੜੀ ਦਰਗਾਹ ਦੀ ਬਾਣੀ ਹੈ ਉਹਨੂੰ ਖੋਜ ਕੇ ਕੀ ਨਹੀਂ ਮਿਲ ਸਕਦਾ ਸਾਨੂੰ, ਪਰ ਨਹੀਂ। ਸੋ ਇਹਨੂੰ ਨਹੀਂ ਖੋਜਿਆ। ਮਹਾਰਾਜ ਕਹਿੰਦੇ ਜੋ ਖੋਜੇ ਸੋ ਪਾਵੇ। ਖੋਜਾਂਗੇ ਤਾਂ ਚੱਲਾਂਗੇ, ਨਹੀਂ ਖੋਜਾਂਗੇ ਨਹੀਂ ਚੱਲ ਸਕਦੇ। ਫੇਰ ਸੁਰਤੀ ਚੱਲਣੀ, ਫੇਰ ਧਿਆਨ ਚੱਲਣਾ। ਨਹੀਂ ਤਾਂ ਹੁਣ ਮਹਾਂਧਿਆਨ ਭਿਆਨਕ ਨਗਰ ਹੀ ਇਹਦੇ ਵਿੱਚ ਫਸੇ ਪਏ ਨੇ ਸਾਰੇ, ਪੁੱਠਾ ਧਿਆਨ ਚੱਲਦਾ ਪਿਆ। ਆਖਰਕਾਰ ਫਿਰ ਸ਼ਰਮਿੰਦਗੀਆਂ ਹੁੰਦੀਆਂ। ਸ਼ਰਮਿੰਦਗੀ ਇੱਥੇ ਵੀ ਹੁੰਦੀ, ਦਰਗਾਹ ਵਿੱਚ ਵੀ ਹੁੰਦੀ ਹੈ, ਪਰ ਹਟਦਾ ਨਹੀਂ। ਕਹਿੰਦੇ ਉਹਦੇ 'ਚ ਇਹਨੇ ਪ੍ਰੀਤੀ ਪਾਈ ਹੋਈ ਹੈ। ਸੰਤ ਕੀ ਨਿੰਦਾ ਸਾਕਤ ਕੀ ਪੂਜਾ, ਐਸੀ ਦ੍ਰਿੜੀ ਵਿਪਰੀਤ। ਕਰਦਾ ਕੀ ਹੈ? ਸਤਿਪੁਰਖਾਂ ਦੀ ਨਿੰਦਾ ਕਰਦਾ। ਸੋ ਸਤਿਪੁਰਖ ਦੀ ਨਿੰਦਾ ਕੌਣ ਕਰੇਗਾ? ਜਿਹੜਾ ਧਾਰਮਿਕ ਹੋਵੇਗਾ, ਜਿਹੜਾ ਆਪਣੇ ਆਪ ਨੂੰ ਧਾਰਮਿਕ ਮੰਨਦਾ ਨਾ, ਉਹੀ ਉਹ ਨਿੰਦਾ ਕਰਦਾ। ਦੂਜਾ ਨਹੀਂ ਕਰਦਾ। ਦੂਜਾ ਤਾਂ ਘਬਰਾਉਂਦਾ ਹੈ, ਉਹ ਡਰਦਾ ਹੈ, ਉਹ ਕਹਿੰਦਾ ਨਹੀਂ ਬਈ ਅਸੀਂ ਤਾਂ ਪਾਪੀ ਬੰਦੇ ਹੈ। ਹਾਂਜੀ, ਇਹ ਰੱਬ ਦਾ ਨਾਂ ਲੈਂਦਾ। ਜਿਹੜਾ ਹੁਣ ਆਪ ਧਾਰਮਿਕ, ਉਹਨੇ ਦੇਖਣਾ ਰੱਬ ਦਾ ਨਾਂ ਲੈਂਦਾ ਤਾਂ ਕਿੱਦਾਂ ਲੈਂਦਾ। ਆਪਣਾ ਨਹੀਂ ਵੇਖਦਾ ਕਦੀ ਵੀ ਮੇਰਾ ਉੱਠਣਾ ਕੀ ਹੈ, ਬੈਠਣਾ ਕੀ ਹੈ, ਕਿੱਦਾਂ ਬਾਣੀ ਪੜ੍ਹਦਾ, ਕੀ ਮੇਰਾ ਜੀਵਨ, ਆਪਣਾ ਤਾਂ ਵੇਖਦਾ ਹੀ ਨਹੀਂ ਨਾ।
ਧਾਰਮਿਕ ਬੰਦਾ ਹਮੇਸ਼ਾ ਹੀ ਦੂਜੇ 'ਤੇ ਫੋਕਸ ਕਰ ਦਿੰਦਾ, ਉਹ ਨਿੰਦਿਆ ਕਰਦਾ। ਜਿਹੜਾ ਧਰਮ ਵਿੱਚ ਨਹੀਂ, ਧਰਮ ਤੋਂ ਦੂਰ ਹੈ, ਉਹ ਇਸ ਪਾਪ ਤੋਂ ਬਚ ਜਾਂਦਾ। ਪਰ ਧਾਰਮਿਕ ਬੰਦਾ, ਪਰ ਉਹ ਹੁੰਦਾ ਧਾਰਮਿਕ ਨਹੀਂ ਹੈ, ਕਹਿਣ ਨੂੰ ਧਾਰਮਿਕ ਹੈ, ਦੇਖਣ ਨੂੰ ਧਾਰਮਿਕ ਹੈ, ਪਰ ਉਹ ਧਾਰਮਿਕ ਨਹੀਂ ਹੁੰਦਾ। ਨਿੰਦਾ ਕਰਨੇ ਵਾਲਾ ਧਾਰਮਿਕ ਕਿਵੇਂ ਹੋ ਸਕਦਾ? ਕਹਿੰਦੇ ਸੰਤ ਕੀ ਨਿੰਦਾ ਸਾਖਤ ਕੀ ਪੂਜਾ। ਜਿਹੜੇ ਰੱਬ ਤੋਂ ਟੁੱਟੇ ਹੋਏ ਨੇ, ਰੱਬ ਦੇ ਨਾਲੋਂ ਤੋੜ ਰਹੇ ਨੇ, ਆਪ ਟੁੱਟੇ ਹੋਏ ਨੇ, ਰੱਬ ਦੇ ਨਾਲੋਂ ਤੋੜ ਰਹੇ ਨੇ, ਉਹਨਾਂ ਨੂੰ ਸਾਖਤ ਕਿਹਾ ਜਾਂਦਾ ਹੈ। ਸੋ ਜਿਹੜੇ ਸ਼ਕਤੀ ਦੇ ਪੁਜਾਰੀ ਨੇ, ਪਾਵਰ ਦੇ ਪੁਜਾਰੀ ਨੇ, ਪਾਵਰ ਦੇ ਪਿੱਛੇ, ਸ਼ਕਤੀ ਦੇ ਪਿੱਛੇ ਲੱਗ ਕੇ ਆਪਣਾ ਧਰਮ ਵੀ ਭੁੱਲ ਜਾਂਦੇ ਆ, ਆਪਣਾ ਅਸੂਲ ਵੀ ਭੁੱਲ ਜਾਂਦੇ ਆ। ਪਾਵਰ ਵਾਲਾ ਬੰਦਾ ਵੇਖਦੇ ਆ, ਸ਼ਕਤੀ ਵਾਲਾ ਉਹਦਾ ਅਸੂਲ ਨਹੀਂ ਵੇਖਦੇ ਵੀ ਹਾਂ ਵੀ ਸੋ ਇਹ ਕਿੱਥੇ ਕਿਤੇ ਗਿਰਿਆ ਹੋਇਆ ਨਾ, ਬਸ ਪਾਵਰ ਸ਼ਕਤੀ ਉਹਦੇ ਹੱਲ ਹੋ ਜਾਂਦੇ ਆ। ਪਰ ਸਾਖਤ ਕੀ ਪੂਜਾ ਆ। ਦੂਜੇ ਪਾਸੇ ਜਿਹੜੇ ਰੱਬ ਦੇ ਪਿਆਰੇ, ਰੱਬ ਦੇ ਪਿਆਰਿਆਂ ਕੋਲ ਸੰਸਾਰਕ ਤਾਕਤਾਂ ਨਹੀਂ ਹੁੰਦੀਆਂ, ਸੰਸਾਰਕ ਸ਼ਕਤੀਆਂ ਨਹੀਂ ਹੁੰਦੀਆਂ, ਅਤੇ ਉਹਨਾਂ ਨੂੰ ਜਿੱਦਾਂ ਮਰਜ਼ੀ ਵਧੇਲ ਦਿਓ, ਜੋ ਮਰਜ਼ੀ ਕਹਿ ਦਿਓ, ਕੋਈ ਫਰਕ ਨਹੀਂ ਪੈਂਦਾ। ਹੁਣ ਜਿਹੜੇ ਪਾਵਰ ਵਾਲੇ ਨੂੰ ਕਹਿਣ ਲੱਗੇ 100 ਵਾਰੀ ਸੋਚਦਾ ਅਗਲਾ, ਇਸ ਕਰਕੇ ਉਹਦੀ ਪੂਜਾ ਹੀ ਕਰ ਲੈਂਦਾ, ਉਹਦੇ ਨਾਲ ਹਾਂ ਜਹਾਂ ਮਿਲਾ ਕੇ ਤੁਰ ਪੈਂਦਾ। ਸਾਖਤ ਕੀ ਪੂਜਾ ਕਹਿੰਦੇ ਐਸੀ ਦ੍ਰਿੜੀ ਵਿਪਰੀਤ, ਆ ਪੁੱਠੀ ਰੀਤ ਦ੍ਰਿੜ ਕੀਤੀ ਹੋਈ ਹੈ ਸੰਸਾਰ ਦੇ ਲੋਕਾਂ ਨੇ। ਕਹਿੰਦੇ ਇਹ ਹੈ ਸ਼ਰਮਿੰਦਗੀ ਦਾ ਮੁੱਖ ਕਾਰਨ। ਦਰਗਾਹ ਵਿੱਚ ਜਾਂਦਾ ਤੇ ਧਰਮ ਰਾਜੇ ਦੇ ਅੱਗੇ ਤਾਂ ਬੜੇ ਬੜੇ ਪਾਵਰਾਂ ਵਾਲੇ ਜਿਹੜੇ ਨੇ ਉਹਨਾਂ ਦੀਆਂ ਲੱਤਾਂ ਕੰਬਦੀਆਂ। ਸਦਹ ਕਰਦਲ ਕਰਨ ਮਹਾਬਲੀ ਤਿਸ ਆਗ ਲੜੇ ਮੇ ਰਹਿਣ ਨਾ ਜਾਏ। ਇੱਥੇ ਸੰਸਾਰ 'ਚ ਹੋਵੇਗਾ ਕੋਈ ਪਾਵਰ ਵਾਲਾ, ਕੋਈ ਸ਼ਕਤੀ ਵਾਲਾ, ਕੋਈ ਹੋਵੇਗਾ ਕੋਈ ਰਾਜਾ ਮਹਾਰਾਜਾ, ਪਰ ਧਰਮ ਰਾਜੇ ਦੇ ਅੱਗੇ ਕੁਛ ਨਹੀਂ, ਸਾਰੇ ਇੱਕੋ ਕਤਾਰ 'ਚ ਲੱਗਦੇ ਨੇ। ਕਹਿੰਦੇ ਉੱਥੇ ਫਿਰ ਸ਼ਰਮਿੰਦਗੀ ਹੁੰਦੀ ਹੈ। ਸ਼ਰਮਿੰਦਗੀ ਹੈ ਜਦੋਂ ਸੋਚੋ ਜਿਹੜੇ ਇਹਦੇ ਪੂਰਵਜ ਉੱਥੇ ਗਏ ਹੁੰਦੇ, ਕਹਿੰਦੇ ਚੰਗਾ ਨਿਕਲਿਆ ਤੂੰ, ਚੰਗੀ ਕਮਾਈ ਕੀਤੀ, ਤੇਰੇ 'ਤੇ ਤਾਂ ਆਸਾਂ ਬੜੀਆਂ ਸੀਗੀਆਂ, ਕੀ ਕਰਕੇ ਆ ਗਿਆ ਤੂੰ ਕਹਿਣਾ। ਸੋ ਉੱਥੇ ਫਿਰ ਸ਼ਰਮਿੰਦਗੀ ਹੁੰਦੀ ਹੈ। ਕਹਿੰਦੇ ਮਾਇਆ ਮੋਹ ਭੁੱਲੋ ਅਵਰਹੀਤ। ਅਵਰਹੀਤ ਦੂਜਿਆਂ ਦੇ ਨਾਲ ਪਿਆਰ, ਰੱਬ ਨਾਲ ਪਿਆਰ ਨਹੀਂ, ਰੱਬ ਦੇ ਬੰਦਿਆਂ ਦੇ ਨਾਲ ਪਿਆਰ ਨਹੀਂ, ਦੂਜਿਆਂ ਦੇ ਨਾਲ ਪਿਆਰ ਹੈ। ਸੋ ਮਾਇਆ ਦੇ ਮੋਹ ਵਿੱਚ ਐਸਾ ਪਿਆ ਜੀ, ਜਿਹੜੇ ਮਾਇਆ ਵਿੱਚ ਫਸੇ ਹੋਏ ਨੇ, ਰੱਬ ਤੋਂ ਟੁੱਟੇ ਹੋਏ ਨੇ, ਉਹਨਾਂ ਦੇ ਨਾਲ ਤਾਂ ਪਿਆਰ ਹੈ, ਪਰ ਭਾਈ ਜਿਹੜੇ ਰੱਬ ਦੇ ਪਿਆਰੇ ਨੇ, ਜਿਨ੍ਹਾਂ ਨੂੰ ਰੱਬ ਨੇ ਆਪਣਾ ਪਿਆਰਾ ਬਣਾਇਆ ਹੋਇਆ, ਉਹਨਾਂ ਦੇ ਨਾਲ ਕੋਈ ਪਿਆਰ ਨਹੀਂ। ਹਰ ਚੰਦਿਓਰੀ ਬਨ ਹਰ ਪਾਤ ਰੇ, ਇਹ ਹੈ ਤੁਹਾਰੋ ਬੀਤ। ਸਾਡੀ ਜ਼ਿੰਦਗੀ ਕਿੱਦਾਂ ਦੀ ਹੈ? ਹਰ ਚੰਦੌਰੀ, ਸੋ ਆਸਮਾਨ ਦੇ ਵਿੱਚ ਲਟਕਦੀ ਹੋਈ ਇੱਕ ਨਗਰੀ ਹੈ ਕਾਲਪਨਿਕ, ਉਹਨੂੰ ਹਰ ਚੰਦੌਰੀ ਕਹਿੰਦੇ ਹੈ। ਉਹਦੀ ਕੋਈ ਜਗ੍ਹਾ ਨਹੀਂ ਹੈ, ਉਹਦਾ ਕੋਈ ਟਿਕਾ ਨਹੀਂ ਹੈ, ਨਾ ਉੱਥੇ ਤਾਂ ਕੋਈ ਜਾ ਹੀ ਸਕਦਾ, ਇੱਕ ਕਲਪਨਾ ਹੀ ਹੈ। ਸੋ ਉਹ ਚੀਜ਼, ਉਹ ਵਸਤੂ ਜਿਹਦੀ ਮੈਂ ਕਲਪਨਾ ਤਾਂ ਕਰ ਸਕਦਾ, ਪ੍ਰਾਪਤ ਨਹੀਂ ਕਰ ਸਕਦਾ। ਸੰਸਾਰ ਇਹਦੇ ਵਿੱਚ ਬੜਾ ਫਸਿਆ ਹੋਇਆ। ਜਿਹੜੀ ਚੀਜ਼ ਤਾਂ ਭਾਈ ਤੂੰ ਉਹਨੂੰ ਡਿਜ਼ਰਵ ਕਰਦਾ, ਤੈਨੂੰ ਮਿਲ ਸਕਦੀ, ਉਹਦੇ ਲਈ ਮਿਹਨਤ ਕਰੋ ਤਾਂ ਠੀਕ ਹੈ। ਹੁਣ ਜਿਹੜੀ ਚੀਜ਼ ਤੈਨੂੰ ਮਿਲ ਹੀ ਨਹੀਂ ਸਕਦੀ, ਉਹਦੇ ਵਾਸਤੇ ਮਿਹਨਤ ਕਰੀ ਜਾਣੀ, ਅਤੇ ਉਹਦੇ ਵਾਸਤੇ ਉਹ ਕਿੰਨੀ ਕੁ ਅਕਲਮੰਦੀ ਹੈ। ਹਰ ਚੰਦੌਰੀ ਹੋ ਗਈ ਫਿਰ। ਹੁਣ ਸੰਸਾਰ ਦੇ ਲੋਕ ਜਿਹੜੇ ਨੇ ਹਰ ਚੰਦੌਰੀ, ਸੋ ਮੈਨੂੰ ਆਹ ਵੀ ਮਿਲ ਜਾਵੇ, ਆਹ ਵੀ ਮਿਲ ਜਾਵੇ। ਜਿਹੜਾ ਇਹੋ ਜਿਹਾ ਬੰਦਾ ਜਦੋਂ ਭਾਵਨਾਵਾਂ ਕਰਦਾ ਨਾ, ਫਿਰ ਆਹ ਵੀ ਮਿਲ ਜਾਵੇ, ਇਹ ਹਰ ਚੰਦੌਰੀ ਵਾਲਾ ਸਿਸਟਮ ਹੁੰਦਾ ਹੈ। ਫਿਰ ਜ਼ਿੰਦਗੀ ਕਿੰਨੀ ਹੈ ਤੇਰੀ, ਹੈ ਨਾ। ਜ਼ਿੰਦਗੀ ਸਾਰੀ ਲੋੜਾਂ ਪੂਰੀਆਂ ਕਰਨ 'ਤੇ ਲਾਈ ਜਾਂਦਾ, ਚਾਹਤ ਕਰਨ 'ਤੇ ਲਾਈ ਹੋਈ ਹੈ। ਅਤੇ ਜ਼ਿੰਦਗੀ ਕਿੰਨੀ ਹੈ? ਕਹਿੰਦੇ ਬਨ ਹਰ ਪਾਤ ਰੇ। ਜਿੱਦਾਂ ਜੰਗਲ ਦੇ ਵਿੱਚ ਦਰੱਖਤ ਹੁੰਦੇ ਨੇ, ਉਹਨਾਂ ਦੇ ਪੱਤਿਆਂ ਦੀ ਕਿੰਨੀ ਕੁ ਜ਼ਿੰਦਗੀ ਹੁੰਦੀ ਆ। ਥੋੜ੍ਹਾ ਕੁ ਜਿਹੜੀ ਹਰਿਆਵਲ ਤੇ ਰਹਿੰਦੀ, ਸੁੱਕ ਕੇ ਝੜ ਜਾਂਦੇ, ਕੋਈ ਬਾਤ ਨਹੀਂ ਪੁੱਛਦਾ। ਪੱਤਰ ਪੁਰ ਝੇਣ ਜੜੀਆਂ ਨਾ ਜੜੀਆਂ ਪੇਂਟ ਸੰਭਤਾ। ਸੋ ਜਿਹੜੇ ਚਲੋ ਜਿੱਥੇ ਸ਼ਹਿਰਾਂ ਦੇ ਵਿੱਚ ਜਾਂ ਜਿੱਥੇ ਆਬਾਦੀਆਂ ਨੇ, ਉੱਥੇ ਤਾਂ ਪੱਤੇ ਵੀ ਕੰਮ ਆ ਜਾਂਦੇ ਹੋਣਗੇ। ਦਰੱਖਤਾਂ ਦੇ ਪੱਤੇ ਜੰਗਲਾਂ ਵਿੱਚ ਕਿੱਥੇ ਕੰਮ ਆਉਂਦੇ ਨੇ?
ਤੇ ਪੱਤਾ ਸਹਿਜ ਕਿਤੇ ਗਲਦਾ ਵੀ ਨਹੀਂ, ਹਵਾ ਦਾ ਬੁੱਲਾ ਆਇਆ ਕਿਤੇ ਚਲੇ ਕਿਤੇ ਚਲ ਗਿਆ, ਇੱਦਾਂ ਰੁਲਦੀ ਜ਼ਿੰਦਗੀ ਤਾਂ ਥੋੜ੍ਹਾ ਚਿਰ ਹੀ ਹੈ, ਥੋੜ੍ਹਾ ਚਿਰ ਹੀ ਹਰ ਆਵਲ ਤਾਂ ਹੀ ਥੋੜ੍ਹਾ ਚਿਰ ਹੀ ਜਵਾਨੀ ਹੈ। ਆ ਜਿੰਨਾ ਚਿਰ ਥੋੜ੍ਹਾ ਚਿਰ ਜ਼ਿੰਦਗੀ ਸੀ, ਹਰ ਚੰਦੌਰੀ ਪਿੱਛੇ ਲਾ ਲਈ, ਮਾਇਆ ਵੀ ਸੁੱਖਾਂ ਪਿੱਛੇ ਲਾ ਲਈ, ਜਿਹੜੀ ਜ਼ਿੰਦਗੀ ਸੀ। ਕਹਿੰਦੇ ਜ਼ਿੰਦਗੀ ਇੱਥੋਂ ਨਿਕਲ ਗਈ ਪਾਤਸ਼ਾਹ, ਇਹ ਜ ਬੀਤ ਗਈ ਸਾਰੀ। ਰਹਾਓ ਬਾਅਦ 'ਚ ਸ਼ਰਮਿੰਦਗੀ, ਜਦੋਂ ਦਰਗਾਹ ਨੂੰ ਜਾਂਦਾ ਉੱਥੇ ਕਹਿੰਦੇ ਸ਼ਰਮਿੰਦਗੀ ਲੇਖਾ ਹੁੰਦਾ। ਚੰਦਨ ਲੇਪ ਹੋਤ ਦੇਖੋ, ਸੁਖ ਗਰਦਬ ਭਸਮ ਸੰਗੀਤ। ਜਿੱਦਾਂ ਜਿਹੜਾ ਗਰਦਬ ਹੁੰਦਾ ਗਧਾ, ਗਧੇ ਨੂੰ ਜਿੰਨਾ ਮਰਜ਼ੀ ਨਲਾ ਦਿਓ, ਉਹਦੇ ਉੱਤੇ ਚੰਦਨ ਦਾ ਲੇਪ ਕਰ ਦਿਓ, ਉਹਨੂੰ ਨਾ ਤਾਂ ਜਦੋਂ ਨਹਾਤਾ ਉਹਨੂੰ ਕੋਈ ਖੁਸ਼ੀ ਨਹੀਂ ਵੀ ਮੇਰੀ ਮੈਲ ਲੱਥੀ ਹੈ, ਉਹਦੇ ਉੱਤੇ ਚੰਦਨ ਦਾ ਲੇਪ ਕਰ ਦਿੱਤਾ, ਉਹਨੂੰ ਕੋਈ ਖੁਸ਼ੀ ਨਹੀਂ ਕਿ ਮੈਨੂੰ ਚੰਦਨ ਦਾ ਲੇਪ ਕਰ ਦਿੱਤਾ ਕੁਛ। ਉਹ ਤਾਂ ਨਾ ਬਸ ਛੁੱਟਣ ਨੂੰ ਕਰਦਾ, ਮੈਨੂੰ ਫੜਿਆ ਹੋਇਆ ਤੰਗ ਕਰਦੇ ਪਏ, ਕਹਿਣਾ ਐਵੇਂ ਫੜ ਕੇ ਲੜਾਈ ਜਾਂਦੇ, ਚੰਦਨ ਦਾ ਲੇਪ ਕਰੀ ਜਾਂਦੇ। ਸੁੱਖ ਕਿੱਥੇ ਹੁੰਦਾ ਗਧਾ, ਸੁੱਖ ਕਿੱਥੋਂ ਲੱਭਦਾ? ਆ ਰੂੜੀਆਂ ਦੇ ਉੱਤੇ ਨਾ ਸਵਾਹ ਦੇ ਉੱਤੇ ਲੇਟਣੇ ਮਾਰਦਾ। ਕਹਿੰਦੇ ਭਸਮ ਸੰਗੀਤ, ਆ ਜਿਹੜੀ ਸਵਾਹ ਹੁੰਦੀ ਨਾ ਇਹਦੇ ਨਾਲ ਸੰਗ ਕਰਦਾ, ਲੇਟਣੀਆਂ ਮਾਰਦਾ, ਫੇਰ ਕਹਿੰਦਾ ਲੈ ਹੁਣ ਵਧੀਆ ਹੋਇਆ। ਕਹਿੰਦੇ ਇਹ ਰੂੜੀਆਂ ਦੇ ਨਾਲ ਸੰਗ ਕਰਕੇ ਕਹਿੰਦੇ ਉੱਥੇ ਆਪਣਾ ਸੁੱਖ ਮਨਾਉਂਦਾ। ਅੰਮ੍ਰਿਤ ਸੰਗ ਨਾਹੀ ਰੁਚ ਆਵਤ, ਬਿਖਟ ਗੌਰੀ ਪ੍ਰੀਤ। ਅੰਮ੍ਰਿਤ ਦੇ ਕੋਲ ਹੈ, ਇਹ ਦੇਹੀ ਦੇ ਵਿੱਚ ਨੌ ਨਿਧ ਅੰਮ੍ਰਿਤ ਪਰਮ ਕਾ ਨਾਮ, ਦੇਹੀ ਦੇ ਨਾਲ ਅਸ ਅੰਮ੍ਰਿਤ ਦੇ ਨਾਲ ਰਹਿਣੇ ਵਾਲਾ, ਅੰਮ੍ਰਿਤ ਇਸ ਦੇ ਕੋਲ ਹੈ, ਪਰ ਇਹਦੇ ਨਾਲ ਕੋਈ ਰੁਚੀ ਨਹੀਂ, ਨਾ ਹੀ ਰੁਚਾਵਤ। ਤੇ ਪ੍ਰੀਤੀ ਕਿਹਦੇ ਨਾਲ ਹੈ? ਬਿਖੈ ਠਗੌਰੀ, ਬਿਖੈ ਠਗੌਰੀ ਮਾਇਆ ਨੂੰ ਕਿਹਾ ਜਾਂਦਾ ਹੈ। ਸੋ ਬਿਖੈ ਮਾਇਆ ਠਗੌਰੀ ਠੱਗ ਲੈਂਦੀ ਹੈ ਸਾਰਿਆਂ ਨੂੰ, ਇਹਦੇ ਨਾਲ ਪ੍ਰੀਤ ਪਾਈ ਹੋਈ ਹੈ। ਉੱਤਮ ਸੰਤ ਭਲੇ ਸੰਜੋਗੀ, ਇਸ ਯੁਗ ਮੈਂ ਪਵਿੱਤ ਪੁਨੀਤ। ਸੋ ਜਿਹੜੇ ਇਸ ਸੰਸਾਰ ਦੇ ਵਿੱਚ ਯੁੱਗ ਦੇ ਵਿੱਚ ਪਵਿੱਤਰ ਪੁਨੀਤ ਕੌਣ ਨੇ? ਕਹਿੰਦੇ ਜਿਹੜੇ ਉਹਦੇ ਸੰਤ ਨੇ, ਉਹ ਉੱਤਮ ਨੇ, ਉਹ ਪਵਿੱਤ ਨੇ, ਉਹ ਪੁਨੀਤ ਨੇ, ਤੇ ਭਲੇ ਸੰਜੋਗੀ। ਭਲੇ ਕਰਮ ਹੋਣ ਕਿਤੇ ਫੇਰ ਉਹਨਾਂ ਦੇ ਨਾਲ ਸੰਜੋਗ ਮਿਲਦਾ, ਉਹਨਾਂ ਦੇ ਨਾਲ ਰੱਬ ਦੇ ਪਿਆਰੇ ਨਾਲ ਸਤ ਸੰਗ। ਸੋ ਜਿਹੜੇ ਸਤ ਸੰਗੀ ਨੇ ਉਹਨਾਂ ਨੂੰ ਕਹਿ ਦਿੱਤਾ ਸੰਗਤ ਕਰਨੇ ਵਾਲੇ, ਬਾਣੀ ਪੜ੍ਹਨੀ ਸੁਣਨੀ ਵਿਚਾਰਨੀ, ਕਥਾ ਕੀਰਤਨ ਵਿੱਚ ਜ਼ਿਆਦਾ ਰੁਚੀ ਹੈ। ਸੋ ਭਲੇ ਕਰਮ ਹੋਣ ਕਿਤੇ ਇਹੋ ਜਿਹਾ ਗੁਰਮੁਖਾਂ ਦੇ ਨਾਲ ਸੰਜੋਗ ਮਿਲਦਾ। ਜਾਤ ਅਕਾਰਥ ਜਨਮ ਪਦਾਰਥ, ਕਾਚ ਬਾਧ ਰਹਿ ਜੀਤ। ਹੁਣ ਜਿਹੜਾ ਇਹ ਜਨਮ ਹੈ, ਸੋ ਇਹ ਅਕਾਰਥ ਜਾ ਰਿਹਾ। ਅਕਾਰਥ ਮੰਨ ਲਓ ਬਿਨਾਂ ਮਤਲਬ ਤੋਂ, ਮਿਲਦਾ ਹੀ ਕੱਖ ਨਹੀਂ, ਉਮਰ ਨਿਕਲਦੀ ਜਾਂਦੀ ਹੈ। ਕਾਹਦੇ ਬਦਲੇ? ਕਹਿੰਦੇ ਕਾਚ ਬਾਦਰੈ। ਬਾਦਰੈ ਹੁੰਦਾ, ਬਾਦਰ ਬੱਦਲ ਨੂੰ ਵੀ ਕਿਹਾ ਜਾਂਦਾ, ਤੇ ਬਾਦਰ ਕੂੜੇ ਕਰਕਟ ਨੂੰ ਵੀ ਕਿਹਾ ਜਾਂਦਾ, ਬਾਦਰ ਬਦਲੇ ਨੂੰ ਵੀ ਕਿਹਾ ਜਾਂਦਾ। ਇੱਥੇ ਕੱਚ ਬਦਲੇ। ਕੱਚ ਕੀ ਹੈ? ਕੱਚ ਹੈ ਸੰਸਾਰਕ ਸੁੱਖ, ਜਿਨ੍ਹਾਂ ਦੇ ਪਿੱਛੇ ਦੌੜਾ ਫਿਰਦਾ ਬੰਦਾ, ਸੰਸਾਰਕ ਸੁੱਖਾਂ ਦੇ ਪਿੱਛੇ। ਜਦੋਂ ਕੋਈ ਚੀਜ਼ ਪ੍ਰਾਪਤ ਕਰਨੀ, ਉੱਥੇ ਸਮਾਂ ਸਾਡਾ ਨਸ਼ਟ ਹੁੰਦਾ, ਧਨ ਨਸ਼ਟ ਹੁੰਦਾ, ਸਰੀਰ ਵੀ ਨਸ਼ਟ ਹੁੰਦਾ, ਕਮਜ਼ੋਰ ਹੁੰਦਾ, ਥੱਕਦਾ। ਤੇ ਜਿਹੜੀ ਦਾਤ ਵਾਸਤੇ ਇਹ ਦੌੜ ਭੱਜ ਕਰਦਾ, ਉਹ ਦਾਤ ਇਹਦੇ ਕੋਲ ਰਹਿੰਦੀ ਨਹੀਂ, ਉਹ ਦਾਤ ਇਹ ਦੁੱਖ ਦਾ ਕਾਰਨ ਬਣ ਜਾਂਦੀ, ਸੁੱਖ ਇਹ ਦੁੱਖ ਦਾ ਕਾਰਨ ਬਣ ਜਾਂਦੇ ਨੇ। ਇਸ ਕਰਕੇ ਇਹਨੂੰ ਕੱਚ ਕਹਿ ਦਿੱਤਾ। ਜਿਹੜੇ ਸੰਸਾਰਕ ਸੁੱਖ ਨੇ ਇਹਨੂੰ ਸਾਰਿਆਂ ਨੂੰ ਕੱਚ ਕਿਹਾ ਹੋਇਆ, ਚਾਹੇ ਦੁਨੀਆ ਦਾ ਰਾਜ ਭਾਗ ਵੀ ਕਿਉਂ ਨਾ ਹੋਵੇ, ਕੱਚ ਕਹਿ ਦਿੱਤਾ ਸੱਚੇ ਪਾਤਸ਼ਾਹ ਜੀ। ਕਹਿੰਦੇ ਇਸ ਕੱਚ ਦੇ ਬਦਲੇ ਇਹਦਾ ਹੀਰੇ ਵਰਗਾ ਜਿਹੜਾ ਜਨਮ ਹੈ, ਇਹ ਕੌਡੀਆਂ ਦੇ ਵਿੱਚ ਜਾ ਰਿਹਾ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾ। ਉੱਥੇ ਰਵਿਦਾਸ ਜੀ ਨੇ ਕੌਡੀ ਵਰਤ ਲਿਆ ਸ਼ਬਦ, ਇੱਥੇ ਗੁਰੂ ਸਾਹਿਬ ਜੀ ਨੇ ਕੱਚ ਸ਼ਬਦ ਵਰਤ ਦਿੱਤਾ ਹੈ। ਜਨਮ ਜਿਹੜਾ ਅਕਾਰਥ ਜਾ ਰਿਹਾ। ਕਹਿੰਦੇ ਜਨਮ ਜਨਮ ਕੇ ਕੇਲ ਵਿਖ ਦੁੱਖ ਭਾਗੇ, ਗੁਰ ਗਿਆਨ ਅੰਜਨ ਨੇਤਰ ਦੀਤ। ਜਿਹੜਾ ਗੁਰੂ ਦੇ ਗਿਆਨ ਦਾ ਸੁਰਮਾ ਹੈ,
ਹੁਣ ਇੱਥੇ ਗਿਆਨ ਅੰਜਨ ਸੁਰਮਾ ਕਹਿ ਦਿੱਤਾ, ਮਤਲਬ ਗਿਆਨ ਨੂੰ ਬਹੁਤ ਬਰੀਕੀ ਦੇ ਨਾਲ ਪੀਸਿਆ ਹੋਇਆ। ਸੁਰਮਾ ਜਿਹੜਾ ਹੁੰਦਾ ਨਾ, ਉਹਦੇ 'ਚ ਮਾੜੀ ਜਿਹੀ ਵੀ ਕਣੀ ਰਹਿ ਜਾਵੇ ਤਾਂ ਅੱਖ ਵਿੱਚ ਉਹ ਦਰਦ ਕਰਦਾ, ਰੜਕਦਾ ਰਹਿੰਦਾ। ਬਹੁਤ ਬਰੀਕੀ ਦੇ ਨਾਲ ਇਹਨੂੰ ਪੀਣਾ ਪੈਂਦਾ, ਕੱਪੜ ਛਾਣ ਕਰਨਾ ਪੈਂਦਾ। ਤਦ ਕਰਕੇ ਐਨ ਪਾਊਡਰ ਬਣ ਜਾਵੇ ਅਤੇ ਅੱਖ 'ਚ ਪਵੇ ਤਾਂ ਦਰਦ ਨਾ ਹੋਵੇ। ਜੇ ਮਾੜੀ ਜਿਹੀ ਵੀ ਕਣੀ ਰਹਿ ਗਈ ਤਾਂ ਰੜਕਣਾ ਉਹਨੇ। ਇਸੀ ਤਰ੍ਹਾਂ ਗਿਆਨ ਪੱਕਣਾ ਚਾਹੀਦਾ। ਗੁਰਬਾਣੀ ਦੀ ਵਿਚਾਰ ਇੱਕ ਵਾਰ ਨਹੀਂ, 2 ਵਾਰ ਨਹੀਂ, ਜਿੰਨੀ ਵਾਰੀ ਵੀ ਹੋ ਸਕੇ ਉਨੀ ਹੀ ਥੋੜ੍ਹੀ ਹੈ। ਤਦ ਕਰਕੇ ਕੋਈ ਐਸੀ ਗੱਲ ਨਾ ਰਹਿ ਜਾਵੇ ਜਿਹੜੀ ਮੇਰੀ ਸਮਝ ਵਿੱਚ ਨਾ ਆਵੇ ਤਾਂ ਉਹ ਰੜਕੀ ਜਾਵੇ। ਜੇ ਮੇਰੇ ਰੜਕਦੀ ਤਾਂ ਦੂਜੇ ਨੂੰ ਤਾਂ ਰੜਕਣੀ ਹੈ। ਜੇ ਹੁਣ ਬਾਣੀ ਨੇ ਮੇਰੀ ਤਸੱਲੀ ਕਰਾਤੀ ਅਤੇ ਇਹਦਾ ਮਤਲਬ ਫਿਰ ਦੂਜਿਆਂ ਦੀ ਵੀ ਤਸੱਲੀ ਹੈ। ਸੋ ਮੈਂ ਨਹੀਂ ਸਮਝ ਸਕਿਆ ਬਾਣੀ ਨੂੰ, ਕਿਉਂ ਬਾਣੀ ਤਾਂ ਸੱਚੀ ਹੈ। ਮਹਾਰਾਜ ਨੇ ਜੋ ਕੁਝ ਲਿਖਿਆ ਹੋਇਆ, ਹਾਂ ਅਸੀਂ ਆਪਣੀ ਸੋਚ ਮੁਤਾਬਕ ਬਾਣੀ ਦੀ ਵੰਡ ਕਰ ਲਈ ਹੈ ਵੀ ਆਹ ਬਾਣੀ ਕਾਹਦੇ ਵਾਸਤੇ ਕਾਹਦੇ ਵਾਸਤੇ ਹੈ। ਅਤੇ ਉਂਝ ਜਿੰਨੀ ਬਾਣੀ ਹੈ ਸਾਰੀ ਦੀ ਸਾਰੀ ਬਾਣੀ ਨੂੰ ਅੰਮ੍ਰਿਤ ਬਾਣੀ ਕਹਿ ਦਿੱਤਾ ਮਹਾਰਾਜ ਨੇ ਕਿ ਅੰਮ੍ਰਿਤ ਬਾਣੀ ਹੈ। ਇਹ ਸਾਰੀ ਬਾਣੀ ਵਿੱਚੋਂ ਅੰਮ੍ਰਿਤ ਪ੍ਰਾਪਤ ਹੁੰਦਾ ਹੈ। ਸੋ ਜੇ ਫਰਕ ਰਹਿ ਜਾਂਦਾ ਤਾਂ ਜਿਹੜਾ ਪੜ੍ਹਨੇ ਵਾਲਾ ਆ, ਸੁਣਨੇ ਵਾਲਾ, ਵਿਚਾਰਨੇ ਵਾਲਾ, ਉਹਦੇ ਕੋਲ ਚੰਗੀ ਤਰ੍ਹਾਂ ਰਗੜਾ ਨਹੀਂ ਲੱਗਾ, ਹੈ ਨਾ, ਬਰੀਕੀ ਨਹੀਂ ਹੋਈ। ਗਿਆਨ ਨੇਤਰਾਂ 'ਚ ਪੈਣਾ ਹੈ, ਜਿਹੜੇ ਅੰਦਰਲੇ ਸੁਰਤੀ 'ਚ ਪੈਣਾ ਹੈ। ਇਸ ਗਿਆਨ ਅੰਜਨ ਜਿਹੜਾ ਸੁਰਤੀ ਲੱਗਦੀ, ਜੇ ਤਾਂ ਸੁਰਤੀ ਲੱਗਦੀ ਹੈ ਬਾਣੀ ਦੇ ਵਿੱਚ, ਫਿਰ ਸਮਝ ਲਓ ਵੀ ਗਿਆਨ ਅੰਜਨ ਜਿਹੜਾ ਮੇਰੇ ਨੇਤਰਾਂ 'ਚ ਪੈ ਗਿਆ। ਜੇ ਸੁਰਤੀ ਨਹੀਂ ਖੁੱਭਦੀ ਫਿਰ ਨੇਤਰਾਂ 'ਚ ਨਹੀਂ ਪਿਆ ਜੀ। ਫਿਰ ਇਹਨੇ ਤਾਂ ਕੰਮ ਤਾਂ ਉਦੋਂ ਕਰਨਾ ਜਦੋਂ ਨੇਤਰਾਂ 'ਚ ਪੈਣਾ। ਉਹ ਗੱਲ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਕਹਿੰਦੇ ਇਹ ਗਿਆਨ ਅੰਜਨ ਜਿਹੜਾ ਗੁਰਬਾਣੀ ਦਾ ਇਹ ਨੇਤਰਾਂ ਦੇ ਵਿੱਚ ਪੈਂਦਾ ਹੈ, ਫਿਰ ਜਨਮ ਜਨਮ ਕੇ ਕਿਲ ਵਿਖ ਦੁੱਖ ਭਾਗੇ। ਸਾਨੂੰ ਪਤਾ ਹੀ ਨਹੀਂ ਵੀ ਕਿਹੜੇ ਕਿਹੜੇ ਸਾਡੇ ਕਰਮ ਪਾਪ ਹੋ ਚੁੱਕੇ ਨੇ। ਜਨਮਾਂ ਜਨਮਾਤਰਾਂ ਦੇ ਪਤਾ ਕੁਝ ਨਹੀਂ ਪਤਾ। ਹੁਣ ਜਿਹੜੇ ਜਨਮ ਅਸੀਂ ਧਾਰਨ ਕੀਤੇ ਹੋਏ ਨੇ ਅਤੇ ਉਹਨਾਂ ਦਾ ਪਤਾ ਲੱਗ ਜਾਂਦਾ, ਕਿਉਂ ਨਹੀਂ ਪਤਾ ਲੱਗਦਾ? ਫਿਰ ਇਹ ਥੋੜ੍ਹਾ ਜਿਹਾ ਆਪਣੇ ਆਪ ਨੂੰ ਸੰਭਾਲਦਾ ਵੀ, ਕਿਉਂਕਿ ਮਨੁੱਖ ਹੈ ਨਾ, ਇਹ ਮਨੁੱਖ ਹੈ, ਮਾੜੀ ਜਿਹੀ ਸੋਚਦਾ ਜਾਂਦੀ ਉੱਧਰ ਨੂੰ, ਪਰ ਨਹੀਂ ਰੋਕ ਲੈਂਦਾ, ਨਹੀਂ ਸੋਚਦਾ। ਹੁਣ ਮੈਨੂੰ ਜੇ ਪਕਸ਼ੀ ਬੜੇ ਚੰਗੇ ਲੱਗਦੇ ਨੇ, ਪਕਸ਼ੀ, ਇਹਦਾ ਮਤਲਬ ਜਦੋਂ ਮਨੁੱਖਾ ਜਨਮ ਮਿਲਿਆ ਅਤੇ ਉਹਦੇ ਤੋਂ ਪਹਿਲੋਂ ਪਕਸ਼ੀਆਂ ਦੀ ਜੂਨ ਕਿਤੇ ਨੇੜੇ ਹੀ ਭੋਗੀ ਹੋਈ ਉਹ ਹੈ। ਕਈਆਂ ਨੂੰ ਕੁੱਤੇ ਬਿੱਲੇ ਚੰਗੇ ਲੱਗਦੇ ਨੇ। ਕੁਟੁੰਬ ਹੈ ਸਾਡਾ ਸਾਰਾ, ਅਸੀਂ ਵੀ ਤਾਂ 84 ਜੋਨ ਵਿੱਚ ਹੀ ਹੈ। ਮਨੁੱਖਾ ਜਨਮ ਜਿਹੜਾ ਹੈ ਕਿ 84 ਦੀ ਜੋਨ ਨਹੀਂ ਹੈ, ਮਨੁੱਖਾ ਜਨਮ ਵੀ 84 ਦੇ ਵਿੱਚ ਹੈ। ਇੱਦਾਂ ਵੀ ਪੌੜੀ ਦਾ ਆਖਰੀ ਡੰਡਾ ਹੈ ਅਤੇ ਬਾਕੀ ਡੰਡੇ ਜਿਹੜੇ ਨੇ, ਹੈ ਨਾ। ਸੋ ਇਹ ਰੁਚੀ ਕਿਹਦੀ ਕਿੱਥੇ ਕਿੱਥੇ ਹੈ? ਕਈਆਂ ਨੂੰ ਫੁੱਲ ਬੂਟਿਆਂ ਦੇ ਨਾਲ ਬੜੀ ਰੁਚੀ ਹੁੰਦੀ ਹੈ। ਕੁਟੁੰਬ ਹੈ ਸਾਡਾ, ਪਰਿਵਾਰ ਹੈ। ਕੁੱਤੇ ਬਿੱਲੀਆਂ ਦੇ ਨਾਲ ਪਰਿਵਾਰ ਹੈ ਸਾਡਾ, ਪਕਸ਼ੀਆਂ ਦੇ ਨਾਲ ਪਿਆਰ, ਪਰਿਵਾਰ ਹੈ ਸਾਡਾ। ਸੋ ਇਹ ਹੁਣ ਉਹਨਾਂ ਜੋਨਾਂ ਦੇ ਵਿੱਚ ਕੀ ਕੀ ਸਾਡੇ ਕੋਲ ਹੋਇਆ, ਕੁਝ ਪਤਾ? ਕੁਝ ਨਹੀਂ ਪਤਾ। ਸੋ ਇਹਦਾ ਬਾਰੇ ਕੁਝ ਕਹਿ ਹੀ ਨਹੀਂ ਸਕਦੇ ਵੀ ਅਸੀਂ ਜਦੋਂ ਕਹਿੰਦੇ ਵੀ ਬਾਕੀ ਜੋਨਾਂ ਵਿੱਚ ਤਾਂ ਸੋ ਭਾਈ ਇਹ ਕਰਮ ਭੋਗਦਾ ਪਿਆ, ਇਹ ਤਾਂ ਮਹਾਰਾਜ ਜਾਣਦਾ ਜੀ ਕੀ ਸਿਸਟਮ ਹੈ ਕੀ ਨਹੀਂ। ਹੁਣ ਜਨਮ ਕੇ ਕਿਲ ਵਿਖ ਕੀ ਹੋ ਗਿਆ ਜੀ? ਇੱਧਰ ਮਹਾਰਾਜ ਕਹਿੰਦੇ ਜਨਮਾਂ ਜਨਮਾਤਰਾਂ ਦੇ ਕੀਤੇ ਹੋਏ ਪਾਪ। ਸੋ ਮਹਾਰਾਜ ਨੋਟ ਸਭ ਕੁਝ ਹੋ ਰਿਹਾ ਹੈ। ਇਹ ਜਿਹੜਾ ਮਨੁੱਖਾ ਜਨਮ ਲੇਖਾ ਜੋਖਾ ਇਹਦੇ ਵਿੱਚ ਆ। ਹੁਣ ਸ਼ੇਰ ਜਦੋਂ ਮਾਰਦਾ, ਕੋਈ ਮਾਰ ਕੇ ਖਾਂਦਾ ਅਤੇ ਮਿਟਾਉਂਦਾ ਤਾਂ ਭੁੱਖ ਹੈ, ਮਿਟਾਉਂਦਾ ਤਾਂ ਭੁੱਖ ਹੈ ਅਤੇ ਹੁੰਦਾ ਵੀ ਪਾਪ ਹੈ। ਉਦੋਂ ਕੁਛ ਨਹੀਂ ਹੋਣਾ, ਕਿ ਉਹਦੀ ਖੁਰਾਕ ਹੈ। ਹੁਣ ਬਾਅਦ ਜਦੋਂ ਮਨੁੱਖਾ ਜਨਮ ਮਿਲਣਾ ਅਤੇ ਉਦੋਂ ਤਾਂ ਲੇਖਾ ਜੋਖਾ ਕਰਨਾ ਪੈਣਾ ਨਾ। ਇਹਦਾ ਆਧਾਰ ਜੜਦਾ ਪਿਆ। ਬਾਕੀ ਆਪੋ ਆਪਣੀ ਸਮਝ ਹੈ। ਨਾ ਵੀ 84 ਲੱਖ ਜੂਨ, ਬਾਕੀ ਜੂਨਾਂ 'ਚ ਕੋਈ ਪਾਪ ਪੁੰਨ ਨਹੀਂ ਹੈ। ਨਿਬੇੜਾ ਕਿੱਥੇ ਹੋਊਗਾ? ਆਹ ਜਿਹੜਾ ਮਨੁੱਖਾ ਜਨਮ ਆ ਇਹਦੇ ਵਿੱਚ ਨਿਬੇੜੇ ਕਰਨੇ ਪੈਂਦੇ ਨੇ। ਗਾਹਾਂ ਕਰਮ ਨਹੀਂ ਮਾੜਾ ਕਰਨਾ, ਉਹ ਵੀ ਸੋਚਣਾ ਪੈਂਦਾ ਹੈ ਭਾਈ। ਇੱਕ ਪਾਸੇ ਤਾਂ ਟੇਢਾ ਮੇਢਾ ਰਾਹ ਆ, ਦੂਜੇ ਪਾਸੇ ਖੱਡ ਬੜੀ ਆ, ਬੜੀ ਡੂੰਘੀ ਖੱਡ ਹੈ। ਫਿਰ ਤਿਲਕਣਬਾਜ਼ੀ ਹੈ,
ਤੇ ਚੱਲਣਾ ਬੜਾ ਔਖਾ ਹੈ। ਸੰਸਾਰ ਦੇ ਵਿੱਚ ਵਿਚਰਨਾ ਕੋਈ ਸੁਖਾਲਾ ਨਹੀਂ ਹੈ। ਆ ਵੀ ਪਾਠ ਕਰ ਲਿਆ ਤੇ ਚੱਲ ਜੀ ਸਾਡਾ ਬੜਾ ਸੌਖਾ ਰਾਹ ਹੋ ਗਿਆ, ਬੜਾ ਔਖਾ ਆ, ਬਹੁਤ ਔਖਾ। ਪਰ ਐਵੇਂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਐਵੇਂ ਥੋੜ੍ਹੀ ਕਿਹਾ, ਕਹਿੰਦੇ ਭਾਈ ਆਖਣ ਔਖਾ ਸਾਚਾ ਨਾ, ਤੇ ਬਾਣੀ ਪੜ੍ਹਨੀ ਕਿੰਨੀ ਔਖੀ। ਇਹਨੂੰ ਮਹਾਰਾਜ ਸਾਚਾ ਨਾ, ਜਦੋਂ ਬਾਣੀ ਪੜ੍ਹ ਕੇ ਪਤਾ ਲੱਗਦਾ ਨਾ ਬਾਣੀ ਕਹਿੰਦੀ ਕੀ ਹੈ। ਜਿਹਨੂੰ ਮੈਂ ਪਿਆਰ ਕਰਦਾ ਉਹ ਮੈਨੂੰ ਹੀ ਦਬਕੇ ਮਾਰਦੀ ਹੈ ਬਾਣੀ। ਜਦੋਂ ਦਬਕੇ ਮਾਰਦੀ ਹੈ ਤਾਂ ਫਿਰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਪਰ ਅਸੀਂ ਉਹ ਕੰਨ ਜਿਹਾ ਵਲੇਟ ਕੇ ਨਾ ਉੱਦਾਂ ਹੀ ਫਟਾਫਟ ਨਿਗਾਹ ਜੀ ਮਾਰ ਕੇ ਤੇ ਤਸੱਲੀ ਕਰ ਲੈਂਦੇ। ਇਹਦਾ ਪਤਾ ਉਦੋਂ ਲੱਗਣਾ ਜਦੋਂ ਲੇਖੇ ਹੋਣੇ ਨੇ। ਆਹ ਮਨੁੱਖਾ ਜਨਮ ਜਿਹੜੀਆਂ ਪਹਿਲੀਆਂ ਜੂਨਾਂ ਭੋਗੀਆਂ ਉਹਨਾਂ ਵਿੱਚ ਕੀ ਕਿੱਦਾਂ ਵਿਚਰੇ, ਕੀ ਸਾਡੇ 'ਤੇ ਹੋਇਆ, ਸਾਰਾ ਕੁਝ ਨਿਬੇੜਨ ਦਾ ਵੇਲਾ ਆ ਜਿਹੜਾ ਮਨੁੱਖਾ ਜਨਮ ਹੈ। ਗਾਹਾਂ ਕਰਮ ਵੀ ਕਰਨੇ ਨੇ, ਪਿਛਲੇ ਭੋਗਣੇ ਨੇ, ਲੇਖਾ ਜੋਖਾ ਕਰਨਾ, ਸਭ ਕੁਝ ਇਹਦੇ ਵਿੱਚ ਹੀ ਹੋਣਾ। ਸਮਾਂ ਥੋੜ੍ਹਾ ਬੜਾ ਹੈ ਨਾ, ਸਮਾਂ ਤਾਂ ਦਰੱਖਤ ਦੇ ਹਰੀਆਂ ਪੱਤੀਆਂ ਵਰਗਾ ਸਮਾਂ ਆ। ਅਤੇ ਇਹ ਕੀ ਕਰਦਾ ਪਿਆ, ਜਿਹੜੇ ਕਰਮ ਇਹ ਪਹਿਲੀਆਂ ਜੂਨਾਂ 'ਚ ਕਰਦਾ ਆਇਆ, ਵਿਸ਼ੇ ਵਿਕਾਰ ਭੋਗੇ, ਉਹਨਾਂ 'ਤੇ ਜ਼ੋਰ ਲਾਇਆ ਹੋਇਆ। ਪਹਿਲੀਆਂ ਜੂਨਾਂ ਵਿੱਚ ਵਿਸ਼ੇ ਵਿਕਾਰ ਦੀ ਪੂੜੀ ਖੁੱਲ੍ਹ ਸੀ, ਹੁਣ ਉਹ 'ਤੇ ਜ਼ੋਰ ਲਾਇਆ ਹੋਇਆ ਸੀ। ਮਕਾਉਣ 'ਤੇ ਕਿੱਥੇ ਲਾਇਆ, ਲੇਖੇ ਮਕਾਉਣ 'ਤੇ ਕਿੱਥੇ ਲਾਉਂਦਾ। ਫੇਰ ਫੜ ਹੁੰਦਾ, ਫੇਰ ਪਛਤਾਉਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਗਿਆਨ ਦਾ ਅੰਜਨ ਨੇਤਰਾਂ 'ਚ ਪਿਆ ਨਹੀਂ ਨਾ, ਆਹ ਚੱਕਰ ਹੋ ਗਿਆ ਕਹਿੰਦੇ। ਪਰ ਜਦੋਂ ਗਿਆਨ ਅੰਜਨ ਨੇਤਰਾਂ 'ਚ ਪੈ ਜਾਂਦਾ ਫੇਰ ਸਮਝ ਪੈ ਜਾਂਦੀ ਹੈ, ਫੇਰ ਨਹੀਂ ਗਲਤੀ ਕਰਦਾ। ਸਾਧ ਸੰਗ ਇਨ ਦੁੱਖ ਤੇ ਨਿਕਸਿਓ, ਨਾਨਕ ਏਕ ਪ੍ਰੀਤ। ਇੱਕ ਦੇ ਨਾਲ ਕਿਤੇ ਪਿਆਰ ਪੈ ਜਾਵੇ, ਉਹ ਸਾਧ ਸੰਗਤ ਦੀ ਕਿਰਪਾ ਦੇ ਨਾਲ ਇੱਕ ਦੀ ਸੋਝੀ ਆਉਂਦੀ, ਇੱਕ ਦੇ ਨਾਲ ਪਿਆਰ ਪੈਂਦਾ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਜਦੋਂ ਇੱਕ ਦੀ ਸੋਝੀ ਆ ਗਈ, ਇੱਕ ਦੇ ਨਾਲ ਪਿਆਰ ਪੈ ਗਿਆ, ਫਿਰ ਕਹਿੰਦੇ ਇਸ ਭਿਆਨਕ ਦੁੱਖ 'ਚੋਂ ਛੁਟਕਾਰਾ ਹੋ ਜਾਂਦਾ ਹੈ। ਮਹਾਰਾਜ ਨੇ ਕਿਰਪਾ ਕੀਤੀ, ਉਪਦੇਸ਼ ਦਿੱਤਾ ਜੀ। ਗੁਰੂ ਕਿਰਪਾ ਕਰੇ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ, ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦਿ ਆਨੰਦ ਪਿਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ ਮਨ ਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੂੰ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹਾਂ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰ। ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸੁਆਮੀ। ਸੌਖਿਓ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ। ਕਰਤਾ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਖਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟੋਂ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ। ਕਰ ਸੁਭਾਗੈ ਸ਼ਬਦ ਵਾਜੇ, ਕਾਲਾ ਜਿਤ ਕਰ ਧਾਰੀਆਂ। ਪੰਜ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕਉ, ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ। ਅਨ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ, ਪਵਿੱਤ ਸਤ ਗੁਰ ਰਹਿਆ ਭਰਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ, ਪਵਿੱਤ ਸਤ ਗੁਰ ਰਹਿਆ ਭਰਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ
सब तेरी राह। तुम मात पिता हम बारक तेरे, तुम्हारी कृपा में सुख कनेरे। कोई न जाने तुम्हारा अंत, ऊंचे ते ऊंचा भगवंत। सगल समगरी तुमरे सूतर तारी, तुम ते हो सो आज्ञाकारी। तुम्हारी गत मित तुम ही जानी, नानक दास सदा कुर्बानी। बोलो जी वाहिगुरू। अरदास ओंकार वाहिगुरू जी की फतेह। गुरमति की सहाय। वासी गुरमति जी की पातशाही दसवीं गुरमति संस्कार गुरनाम गुरु करंगल देवदास रामदास सहाय अर्जन हरगोविंद दिनों सिमरो श्री हरिनाम। श्री हरिगुरु संत्य जय चिट्ठी सब ज्ञान के द्वार संत्य परम जीव के कार्य। शाम खाई बन सहाय दसवें पातशाह जी श्री गुरु गोबिंद सिंह साहिब जी महाराज संस्थान दसां पातशाही दी जोत श्री गुरु ग्रंथ साहिब जी के पाठ की गाथा ध्यान खालसा जी। बोलो जी वाहिगुरू। पंजां प्यारियां 64 सादियां 40 मुक्तियां 80 सिखवाना जिन्हां तेरा नाम जपया बख्शे तेरी चलाई तेग वाहिगुरू तिन्हां प्यारियां सचियारियां की कमाई तो ध्यान खालसा जी। बोलो जी वाहिगुरू। जिन्हां ਸਿੰਘਾਂ ਸਿੰਘਣੀਆਂ ਧਰਮ ਦੇ ਸੀਸ ਪਲ ਪਲ ਵਾਏ ਕੋਪੀਆਂ ਨੂੰ ਚੜ੍ਹੇ ਤਾਂ ਨਾਰਿਆਂ ਨਾਲ ਚਿਰਵਾਈ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਸਿੱਖੀ ਸਿੱਧਕ ਕੇਸਾਂ ਸਵਾਸੋਂ ਨਾਲ ਨਿਭਾਇਆ ਬਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਵਰਤਮਾਨ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿ ਆਵੈ ਸਤਿਕਾਰ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇ ਦੇਖ ਏਕ ਫਤਿਹ ਗੁਰਤ ਕੀ ਪੈ ਪੰਥੀ ਦੀ ਸਹਿਜ ਦੀ ਸਹਾਇ। ਖਾਲਸਾ ਜੀ ਕੇ ਬੋਲ ਬਾਰੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਬਖਸ਼ੋ ਜੀ ਸਿੱਖੀ ਦਾਨ ਪੀਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਧ ਦਾਨ ਭਰੋਸਾ ਦਾਨ ਦਾਨਾ ਸਿਧਾਨ ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਗੇ ਹੋंगे जुगो जुगो टल धर्म का जयकार। बोलो जी वाहिगुरू। सिखा का मन गुरमत जी माते पात के रखिया हे निरंकार सच्चे पातशाह महाराज जी आके दी पार वेख पारे खुशी दा सत्संग अमृत वेदे दे दीवान सच्चे सच्चे दीवान मंडल ते देवी बाणी दे जाप होने आशा जी की बात की शब्द विचार नाम सब ने छे पौड़ियां दी जाप ਬਾਣੀ ਦਾ ਮਹਾਤਮਾਈਆਂ ਸੰਗਤਾਂ ਨੂੰ ਬਖਸ਼ਣਾ ਤੇ ਨਿਰਭਰ ਨਿਰੰਤਰ ਪ੍ਰਮਾਣ ਕਰਨਾ ਸਰਬੱਤ ਸੰਗਤਾਂ ਦੀਆਂ ਮਨੋਕਾਮਨਾਵਾਂ ਗੁਰਮਤਿ ਸਾਥ ਕਰਨੀਆਂ ਬਖਸ਼ੀਆਂ ਦਾਤਾਂ ਚੋਂ ਕੜਾ ਪ੍ਰਸ਼ਾਦੀ ਦੀ ਗੁਰਮਤਿ ਨੂੰ ਕਰੀ ਪਾਰ ਸਾਥ ਸੋਚ ਪ੍ਰਾਪਨਾ ਨੂੰ ਕਰਦਾ ਸੀਤ ਪ੍ਰਸ਼ਾਦ ਸੰਗਤਾਂ ਵਿੱਚ ਵਰਤੇ ਜਿਸ ਕੀ ਆਪਦਾ ਨਾਮ ਜਪੇ ਪਾਵਨ ਹੁਕਮ ਬਖਸ਼ਣ ਸੰਗਤਾਂ ਨੂੰ ਨਿਹਾਲ ਗੁਰੂ ਜੀ ਸਹੀ ਪਿਆਰੇ ਮੇਰੇ ਜਨਮ ਦਾ ਨਾਮ ਚਿਤਿਆ ਨਾਨਕ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗਿਆ ਭਈ ਕਾਲ ਕੀ ਤਬੀ ਚਲਾਇਓ ਪੰਥ, ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗ੍ਰੰਥ ਜੀ ਮਾਨਿਓ ਪ੍ਰਗਟ ਕਰਾਂ ਕੀ ਦੇ, ਪ੍ਰਭ ਕੋ ਮਿਲੋ ਚਾਹੈ ਖੋਜ ਸ਼ਬਦ ਮੈਲੇ। ਰਾਜ ਕਰੀ ਕਾ ਖਾਲਸਾ ਆਪਕੀ ਰਹਿ ਨਾ ਕੋਏ, ਪਾਰ ਬਈ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ। ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਦਾ ਕਰ ਸੇਵ ਗੁਰ ਪਾਰ ਉਤਾਰਨ ਹਾਰ। ਜਾ ਕੇ ਹਾਥ ਮੈਂ ਕਲ ਕੀ ਸੋ ਹੈ ਸੀਸ, ਹਰੀ ਰਛਿਆ ਕਰੀ ਗੁਰ ਕਲਗੀ ਤਰ ਜਗਦੀਸ਼। ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਹਾਏ। ਦਰਸ਼ਨ ਪਰਸੀਐ ਗੁਰੂ ਕਾ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰੀ ਅਰਸੋਂ ਕੁਰਸੋਂ ਝਟੀਆਂ। ਤਦ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕਟੀਐ। ਬਿਲਾਵਲ ਮਹਲਾ ਪੰਜਵਾਂ। ਭੂਲੇ ਮਾਰਗ ਜਿਨ ਹੈ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਭੂਲੇ ਮਾਰਗ ਜਿਨ ਹੈ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੇ ਗੁਰ ਚਰਨ ਪਿਆਰੇ। ਰਹਾਓ। ਕਾਮ ਕ੍ਰੋਧ ਲੋਭ ਮੋਹਿ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਦੁਖ ਸੁਖ ਕਰਤ ਜਨਮ ਫੁਨ ਮੂਆ, ਚਰਨ ਕਮਲ ਗੁਰ ਆਸ਼ਰਮ ਦੀਆ। ਅਗਨ ਸਾਗਰ ਬੂੜਤ ਸੰਸਾਰਾ, ਨਾਨਕ ਬਾਂਹ ਪਕਰ ਸਤਿਗੁਰ ਨਿਸਤਾਰਾ। ਅਗਨ ਸਾਗਰ ਬੂੜਤ ਸੰਸਾਰਾ, ਨਾਨਕ ਬਾਪ ਕਰ ਸਤਿਗੁਰ ਨਿਸਤਾਰਾ। ਵਾਹਿਗੁਰੂ ਜੀ ਕਾ ਖਾਲਸਾ,